सत श्री अकाल। खबर खास लैके मैं बलविंदर सिंह हाज़र हाँ। पंजाब गिरफ्तार है। पंजाब की जवानी के हथ बन दिते गए ने। पंजाब की अगली पीढ़ी के पैरों च बेड़ियां पा दित्तियां गईयां ने ते यह सब किया गया है नशे के जरिए। इस नशे की गिरफ्त विच है पंजाब। अजिहा असीं क्यों कह रहे हैं, ये दसांगे तुहानूं अज दी साडी खास पेशकश दे विच। नशा सिर्फ जिस्मानी शरीर ते ही असर नहीं पाउंदा, सगों ये पूरी नस्ल नूं तबाह कर दिंदा है। पंजाब च नशे दे मौजूदा हालात किन्ने खतरनाक पद्धर ते पहुंच चुके ने, सब तो पहलां तुहानूं ये विखाउने आ। गुरमीत दे नाल गया चला, उन्हें टीका टूका लाता, इनू मार के सिट गया। सरकार चाहे की नहीं हो सकता, सब कुछ बंद हो सकता। पुलिस आदि आई ते आ जाए ते धरती च जो मर्जी कढ़ लवे। ये घटना जी ओवरडोज नशा जिहड़ा ज़्यादा बाहर विकदा वा, उत्ते रोकथाम नहीं कोई सरकार ला रही। घर घर कुड़ियां विकदियां, ठीक है, जाओ ते दो जान दी भी नहीं लोड़, फोन करो तो डिलीवरी भी घरे कर दे। यह है पंजाब दे विच नशे दी असली हकीकत, जिस दे पिछे ना कोई सियासत है, ना ही सरकार नूं बदनाम करन दी कोई साजिश, क्योंकि यह सच उन्हां लोकां वल्लों बयान किया जा रहा जो इस नशे करके अपने नौजवान पुत्तां नूं गवा चुके ने। ਇਹ ਉਹ ਲੋਕ ਨੇ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ 4 ਹਫ਼ਤਿਆਂ 'ਚ ਨਸ਼ਾ ਖਤਮ ਕਰਨ ਦੀ ਸਹੁੰ ਤੇ ਵਿਸ਼ਵਾਸ ਕੀਤਾ ਸੀ ਤੇ ਬਦਲੇ ਦੇ ਵਿੱਚ ਉਹਨਾਂ ਨੂੰ ਮਿਲੀਆਂ ਨੇ ਆਪਣੇ ਪੁੱਤਾਂ ਦੀਆਂ ਲਾਸ਼ਾਂ। ਪੰਜਾਬ ਦੀ ਦੂਜੀ ਹਕੀਕਤ ਇਹ ਹੈ ਕਿ ਪਾਕਿਸਤਾਨ ਤੋਂ ਬੋਰੀਆਂ 'ਚ ਭਰ ਕੇ ਨਸ਼ਾ ਆ ਰਿਹਾ ਹੈ। 2-4 ਕਿਲੋ ਨਹੀਂ ਬਲਕਿ 532 ਕਿਲੋ ਹੈਰੋਇਨ ਅਤੇ 52 ਕਿਲੋ ਦੂਜਾ ਨਸ਼ੀਲਾ ਪਾਊਡਰ ਜ਼ਬਤ ਕੀਤਾ ਗਿਆ। ਜੇ ਕਸਟਮ ਵਿਭਾਗ ਵੱਲੋਂ ਇਸ ਨੂੰ ਵਕਤ ਰਹਿੰਦਿਆਂ ਫੜਿਆ ਨਾ ਜਾਂਦਾ ਤਾਂ ਇਹ ਨਸ਼ਾ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਇੱਥੋਂ ਤੱਕ ਕਿ ਬੱਚਿਆਂ ਦੀਆਂ ਰਗਾਂ ਦੇ ਵਿੱਚ ਵੀ ਪਹੁੰਚ ਜਾਣਾ ਸੀ। ਇੱਕ ਪੂਰੀ ਨਸਲ ਨੂੰ ਤਬਾਹ ਕਰਨ ਦੀ ਤਾਕਤ ਰੱਖਣ ਵਾਲੇ ਨਸ਼ੇ ਦੀ ਇਸ ਖੇਪ ਨੂੰ ਬਰਾਮਦ ਕਰ ਲਿਆ ਗਿਆ। ਪਰ ਵੱਡਾ ਸਵਾਲ ਉੱਥੇ ਹੀ ਖੜਾ ਹੈ ਕਿ ਕੀ ਸਿਰਫ ਇਸ ਨਾਲ ਪੰਜਾਬ ਨਸ਼ਾ ਮੁਕਤ ਹੋ ਸਕਦਾ ਹੈ? ਇਹ ਸਵਾਲ ਇਸ ਲਈ ਉੱਠ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਨਸ਼ੇ ਦੀ ਕੋਈ ਘਾਟ ਨਹੀਂ ਹੈ। ਕਿਸੇ ਵੀ ਸ਼ਹਿਰ ਤੇ ਕਿਸੇ ਵੀ ਇਲਾਕੇ ਦੇ ਵਿੱਚ ਸ਼ਰੇਆਮ ਨੌਜਵਾਨ ਨਸ਼ੇ ਦੇ ਟੀਕੇ ਲਗਾਉਂਦੇ ਮਿਲ ਜਾਣਗੇ। ਤਾਂ ਫਿਰ ਇਹ ਆંકੜਿਆਂ ਤੇ ਦਮ ਤੇ ਇਹ ਦਾਅਵੇ ਕੀਤੇ ਜਾਂਦੇ ਨੇ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਲੱਕ ਤੋੜ ਦਿੱਤਾ ਗਿਆ। ਹਾਲਾਂਕਿ ਮਾਹਰ ਪੰਜਾਬ ਦੇ ਵਿੱਚ ਨਸ਼ੇ ਦੀ ਇੰਨੀ ਵੱਡੀ ਖੇਪ ਨੂੰ ਪਾਕਿस्तान ਦੀ साजिश भी करार दे रहे हैं। कहा जा रहा है 50 से 60% जो बॉर्डर एरियाज़ के युवक हैं वो आज नशे में डूब गए हैं और हमारी जो अगली पीढ़ियां हैं उनको बर्बाद करने की। दूसरा, इसके माध्यम से वो पैसा इकट्ठा करते हैं जिसको टेररिज्म के लिए इस्तेमाल करते हैं। पाकिस्तान जो है बहुत बड़े पैमाने पर ड्रग्स का इस्तेमाल करता है, उसको कंगाल हो गया, उसको पैसा चाहिए आतंकवादी हरकतें को आगे करने के लिए, और सबसे बड़ा सोर्स ऑफ इनकम उसका यही है। ਨਸ਼ਿਆਂ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਹਾਲਾਤ ਬਦ ਤੋਂ ਬੱਤਰ ਹੋ ਰਹੇ ਨੇ। ਮੁੰਡੇ ਕੁੜੀਆਂ ਇੱਥੋਂ ਤੱਕ ਕਿ ਬੱਚੇ ਵੀ ਨਸ਼ੇ ਦੀ ਜਦ ਵਿੱਚ ਫਸ ਚੁੱਕੇ ਨੇ, ਜਿਸ ਦੀ ਸਿਰਫ ਤੇ ਸਿਰਫ ਇੱਕ ਵਜ੍ਹਾ ਹੈ ਨਸ਼ੇ ਦਾ ਆਸਾਨੀ ਨਾਲ ਉਪਲਬਧ ਹੋਣਾ। ਤੇ ਇਸੇ ਕਰਕੇ ਨਸ਼ਾ ਛਡਾਊ ਕੇਂਦਰਾਂ ਚੋਂ ਨਿਕਲਣ ਵਾਲੇ ਨੌਜਵਾਨ ਮੁੜ ਇਸ ਦਲਦਲ ਦੇ ਵਿੱਚ ਫਸ ਰਹੇ ਨੇ। ਅਜਿਹੇ ਦੇ ਵਿੱਚ ਸਵਾਲ ਇਹੀ ਨੇ ਕਿ ਕੀ ਸਰਕਾਰ ਦੇਵੇਗੀ ਖੁੱਲ੍ਹੇਆਮ ਨਸ਼ਾ ਵਿਕਣ ਤੇ ਕੋਈ ਜਵਾਬ? ਕਿ ਸਰਕਾਰ ਦੇਵੇਗੀ ਰੋਜ਼ਾਨਾ ਹੋ ਰਹੀਆਂ ਮੌਤਾਂ ਤੇ ਕੋਈ ਜਵਾਬ? ਕੀ ਸਰਕਾਰ ਦੇਵੇਗੀ ਆਪਣੇ ਫੇਲ ਹੁੰਦੇ ਦਾਅਵਿਆਂ ਤੇ ਕੋਈ ਜਵਾਬ? ਜਸਮੀਤ ਸਿੰਘ, PTC ਨਿਊਜ਼, ਦਿੱਲੀ। ਅੰਮ੍ਰਿਤਸਰ ਵਿੱਚ ਕਸਟਮ ਵਿਭਾਗ ਵੱਲੋਂ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੀ ਗਈ। ਇਹ ਖੇਪ ਕਿੰਨੀ ਚਲਾਕੀ ਨਾਲ ਪਾਕਿਸਤਾਨ ਤੋਂ ਭਾਰਤ 'ਚ ਲਿਆਂਦੀ ਜਾ ਰਹੀ ਸੀ, ਇਹ ਵੀ ਆਪਣੇ ਆਪ 'ਚ ਬੇਹੱਦ ਹੈਰਾਨ ਕਰਨ ਵਾਲਾ ਸੀ। ਪਰ ਕਸਟਮ ਦੇ ਅਧਿਕਾਰੀਆਂ ਦੀ ਸੂਝ-ਬੂਝ ਨੇ ਸਮਗਲਰਸ ਦੀ ਸਾਜ਼ਿਸ਼ ਨੂੰ ਬੇਨਕਾਬ ਕਰ ਦਿੱਤਾ। 2700 ਕਰੋੜ ਦੀ ਹੈਰੋਇਨ ਬਰਾਮਦ। ਲੂਣ ਦੀਆਂ ਬੋਰੀਆਂ 'ਚ ਆਇਆ ਨਸ਼ਾ। ਫੜਿਆ ਗਿਆ 532 ਕਿਲੋ ਚਿੱਟਾ ਜ਼ਹਿਰ। ਅਟਾਰੀ ਵਾਗਾ ਸਰਹੱਦ ਤੇ ਹੁਣ ਤੱਕ ਦੀ ਸਭ ਤੋਂ ਵੱਡੀ ਨਸ਼ੇ ਦੀ ਖੇਪ ਬਰਾਮਦ ਕੀਤੀ ਗਈ ਹੈ। ਭਾਰਤੀ ਕਸਟਮ ਨੇ ਪਾਕਿਸਤਾਨ ਤੋਂ ਆਈਆਂ 600 ਬੋਰੀਆਂ ਲੂਣ ਦੀਆਂ ਫਰੋਲੀਆਂ, ਪਰ ਇਹਨਾਂ ਚੋਂ 15 ਬੋਰੀਆਂ ਹੈਰੋਇਨ ਨਾਲ ਭਰੀਆਂ ਪਾਈਆਂ ਗਈਆਂ ਨੇ। ਇਹਨਾਂ 'ਚ 532 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇੰਟਰਨੈਸ਼ਨਲ ਮਾਰਕੀਟ 'ਚ ਇਸ ਦੀ ਕੀਮਤ ਕਰੀਬ 2700 ਕਰੋੜ ਰੁਪਏ ਆਂਕੀ ਜਾ ਰਹੀ ਹੈ। ਅੰਮ੍ਰਿਤਸਰ ਦੇ ਜਿਸ ਇੰਪੋਰਟਰ ਨੇ ਇਹ ਕੰਸਾਈਨਮੈਂਟ ਪਾਕਿਸਤਾਨ ਕੋਲੋਂ ਮੰਗਵਾਇਆ ਸੀ, ਉਸ ਨੂੰ ਵੀ ਕਾਬੂ ਕਰ ਲਿਆ ਗਿਆ। ਇਸ ਦੇ ਨਾਲ ਹੀ ਪੁਲਿਸ ਨੇ ਇਸ ਪੂਰੇ ਮਾਮਲੇ ਦੇ ਮਾਸਟਰਮਾਈਂਡ ਨੂੰ
जम्मू कश्मीर दे हंदवाड़ा तो दबोच लिया। 532 किलो हेरोइन, सस्पेक्टेड हेरोइन ऑफ कोर्स, हमने पकड़ा है। ये रॉक सॉल्ट का कंसाइनमेंट था, पाकिस्तान से आया था और ये 26 तारीख को आया था कंसाइनमेंट। वैल्यू कुछ 2500-2600 करोड़, मार्केट अगर इंटरनेशनल मार्केट देखें तो 2500-2600 करोड़ उसका वैल्यू होगा। और इस केस में एक और लिंक आया था, कश्मीर के एक आदमी है उसको भी कल हमने जम्मू कश्मीर पुलिस के हेल्प से उसको पकड़ा है और अभी आगे क्वेश्चनिंग कर रहे हैं हम। वो अमृतसर का ही है, उससे भी क्वेश्चनिंग चल रहा है। सर उसका क्या नाम है अमृतसर वाले का? अमृतसर वाले का नाम है गुरपिंदर सिंह। तो क्या इसकी फर्म है सर गुरपिंदर सिंह की? हाँ, फर्म। क्या फर्म का क्या नाम पड़ता है सर? कहाँ से ऑपरेट करता था फर्म? कनिष्का एंटरप्राइजेस, ये अमृतसर। सरहदों पार नशे दी तस्करी दे कई मामले तुसी पहला भी सुने होने हैं, पर कस्टम विभाग दी है वड्डी कामयाबी वाकई च काबिले तारीफ है। नहीं तां चिट्टा जहर किन्ने को घर उजाड़दा, ऐ सोच के ही रूह कंबदी है। अमृतसर तो मनिंदर मोंगा, PTC न्यूज़। ਪਾਕਿਸਤਾਨ ਤੋਂ ਆਈ ਨਸ਼ੇ ਦੀ ਇਸ ਵੱਡੀ ਖੇਪ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਦੌਰਾਨ ਕੀ ਕੁਝ ਹੋਇਆ, ਸਾਡੇ ਸਹਿਯੋਗੀ ਮਨਿੰਦਰ ਸਿੰਘ ਮੋਂਗਾ ਇਸ ਦੀ ਜਾਣਕਾਰੀ ਦੇ ਰਹੇ ਨੇ। ਭਾਰਤ ਪਾਕਿਸਤਾਨ ਅਟਾਰੀ ਸਰਹੱਦ ਤੇ ਸਥਿਤ ICP ਤੇ ਬੀਤੇ ਕੱਲ ਪਾਕਿਸਤਾਨ ਤੋਂ ਆਏ ਨਮਕ ਦੇ ਟਰੱਕ ਵਿੱਚੋਂ 532 ਕਿਲੋ ਹੈਰੋਇਨ ਬਰਾਮਦ ਕਰਕੇ ਕਸਟਮ ਵਿਭਾਗ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਸੀ ਔਰ ਇਸ ਕੇਸ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਇੱਕ ਵਪਾਰੀ ਅੰਮ੍ਰਿਤਸਰ ਦਾ ਸੰਬੰਧਿਤ ਗੁਰਪਿੰਦਰ ਸਿੰਘ, ਜਿਸ ਵੱਲੋਂ ਉਕਤ ਕੰਸਾਈਨਮੈਂਟ ਨਮਕ ਦੀ ਜਿਹੜੀ ਖੇਪ ਹੈ ਉਹ ਮੰਗਵਾਈ ਗਈ ਸੀ ਔਰ ਉਸ ਤੋਂ ਬਾਅਦ ਉਸ ਦਾ ਮਾਸਟਰਮਾਈਂਡ, ਉਸ ਦਾ ਸਾਥੀ ਜੋ ਕਿ ਜੰਮੂ ਕਸ਼ਮੀਰ ਤੋਂ ਪਕੜਿਆ ਗਿਆ ਸੀ, ਤਾਰਿਕ ਅਹਿਮਦ। ਇਹਨਾਂ ਦੋਨਾਂ ਦੋਸ਼ੀਆਂ ਨੂੰ ਅੱਜ ਅੰਮ੍ਰਿਤਸਰ ਦੇ ਡਿਊਟੀ ਮੈਜਿਸਟ੍ਰੇਟ ਦਿਲਸ਼ੇਰ ਸਿੰਘ ਕੋਲ ਪੇਸ਼ ਕੀਤਾ ਗਿਆ ਔਰ ਮਾਨਯੋਗ ਅਦਾਲਤ ਵੱਲੋਂ 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ ਵਿੱਚ ਭੇਜਿਆ ਗਿਆ। ਅਪ ਟੂ 14 ਨੇ ਉਹਨਾਂ ਨੂੰ ਸੀਜੀਐਮ ਦੇ ਪੇਸ਼ ਕਰਨਾ। ਹਾਂਜੀ, ਅਸੀਂ ਕਿਹਾ ਇਨਵੈਸਟੀਗੇਸ਼ਨ ਕੰਪਲੀਟ ਹੈ, ਇਸ ਕਰਕੇ ਜੁਡੀਸ਼ੀਅਲ ਭੇਜਿਆ ਜਾਏ ਬਸ। ਹੋਰ ਜਿਹੜਾ ਇਹਨਾਂ ਦਾ ਕਸਟਮ ਡਿਪਾਰਟਮੈਂਟ ਹੈ ਉਹਨਾਂ ਕੋਲ ਪੇਸ਼ ਹੋ ਕੇ ਸਾਰੀ ਪੇਪਰ ਫਾਰਮੈਲਿਟੀਜ਼ ਕੰਪਲੀਟ ਕਰਵਾਈ ਔਰ ਇਹਨਾਂ ਨੇ ਸਾਨੂੰ ਕਿਹਾ ਕਿ ਕਾਈਂਡਲੀ ਪੇ ਦਾ ਡਿਊਟੀ 4 ਲੱਖ ਅਮਾਊਂਟ ਜਿਹੜੀ ਹੈ ਅਸੀਂ ਪੇ ਕੀਤੀ ਔਰ 28 ਨੂੰ 29 ਨੂੰ 2 ਦਿਨ ਸਾਨੂੰ ਜਿਹੜਾ ਹੈ ਇਹਨਾਂ ਨੇ ਆਪਣੀ ਕਸਟਡੀ 'ਚ ਰੱਖਿਆ ਔਰ ਅੱਜ ਜਿਹੜਾ ਹੈ 1 ਤਰੀਕ ਨੂੰ ਗੁਰਪਿੰਦਰ ਸਿੰਘ ਅਕਿਊਜ਼ ਨੂੰ ਜਿਹੜਾ ਹੈ ਜੱਜ ਸਾਹਿਬ ਅੱਗੇ ਪੇਸ਼ ਕੀਤਾ ਔਰ ਕਹਿ ਰਹੇ ਨੇ ਜੀ ਅਸੀਂ ਇਹਨੂੰ ਅੱਜ ਅਰੈਸਟ ਕੀਤਾ ਹੈ। ਇਸ ਤੋਂ ਪਹਿਲਾਂ ਅਸੀਂ ਜਿਹੜਾ ਹੈ ਇਹਦੇ ਕੋਲੋਂ ਪੁੱਛਗਿੱਛ ਕਰ ਰਹੇ ਸੀਗੇ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਗੁਰਪਿੰਦਰ ਸਿੰਘ ਅਕਿਊਜ਼ ਹੈ, ਜਿਹਦੇ ਕੋਲ ਵੈਲਿਡ ਔਰ ਲੀਗਲ ਇੰਪੋਰਟ ਐਕਸਪੋਰਟ ਦਾ ਜਿਹੜਾ ਹੈ ਲਾਇਸੈਂਸ ਹੈ, ਉਹਨੂੰ ਐਜ਼ ਅ ਟੂਲ ਯੂਜ਼ ਕੀਤਾ ਗਿਆ, ਉਹਨੂੰ ਫਾਲਸਲੀ ਇੰਪਲੀਕੇਟ ਕੀਤਾ ਗਿਆ। ਕਸਟਮ ਅਥਾਰਟੀਜ਼ ਜਿਹੜੀਆਂ ਨੇ ਉਹ ਦੇ ਆਰ ਨਾਟ ਫੈਮਿਲੀਅਰ ਵਿਦ ਦਾ ਪ੍ਰੋਸੀਜਰ। ਉਧਰ ਲਗਾਤਾਰ ਦੂਸਰੇ ਦਿਨ ਕਸਟਮ ਵਿਭਾਗ ਵੱਲੋਂ ਫਿਰ ਤੋਂ ICP ਤੇ ਹੀ ਪਾਕਿਸਤਾਨ ਚੋਂ ਇਹ ਨਮਕ ਵਿੱਚੋਂ ਇੱਕ ਵੱਡੀ ਬਰਾਮਦਗੀ ਕੀਤੀ ਗਈ। ਸਾਡੇ ਸੂਤਰਾਂ ਅਨੁਸਾਰ ਇਹ ਬਰਾਮਦਗੀ ਬੀਤੇ ਕੱਲ੍ਹ ਕੀਤੀ ਗਈ 532 ਕਿਲੋ ਬਰਾਮਦਗੀ ਤੋਂ ਵੀ ਜ਼ਿਆਦਾ ਹੋ ਸਕਦੀ ਹੈ, ਪਰ ਇਸ ਦੇ ਲਈ ਇੰਤਜ਼ਾਰ ਰਹੂਗਾ ਜਦੋਂ ਕਸਟਮ ਵਿਭਾਗ ਵੱਲੋਂ ਆਪਣੀ ਜਾਂਚ ਮੁਕੰਮਲ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਪੂਰੇ ਕੇਸ ਦੀ, ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਜਾਊਗੀ। ਹੁਣ ਦੇਖਣ ਵਾਲੀ ਗੱਲ ਹੈ ਕਿ ਇਸ ਸਾਰੇ ਮਾਮਲੇ ਦੇ ਪਿੱਛੇ ਕੌਣ ਹੈ। ਇਸ ਜੋ ਸਮਗਲਿੰਗ ਰੈਕਟ ਹੈ, ਜੋ ਨਾਰਕੋ ਟੈਰਰਿਜ਼ਮ ਦਾ ਇਹ ਰੈਕਟ ਹੈ, ਇਸ ਦੀਆਂ ਤਾਰਾਂ ਕਿੱਥੇ ਜੁੜੀਆਂ ਨੇ, ISI ਨਾਲ ਜਾਂ ਕਿਸੇ ਹੋਰ ਅੱਤਵਾਦੀ ਸੰਗਠਨ ਨਾਲ। ਇਸ ਦੇ ਲਈ ਇੰਤਜ਼ਾਰ ਹੋਊਗਾ ਜਦੋਂ ਕਸਟਮ ਵਿਭਾਗ ਵੱਲੋਂ, ਭਾਰਤ ਦੀ ਏਜੰਸੀਆਂ ਵੱਲੋਂ ਇਸ ਸਾਰੇ ਮਾਮਲੇ ਦੀ ਪੂਰੀ ਤਰ੍ਹਾਂ ਤਹਿਕੀਕਾਤ ਕਰਨ ਤੋਂ ਬਾਅਦ ਮੀਡੀਆ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਊ। ਕੈਮਰਾ ਪਰਸਨ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ, PTC ਨਿਊਜ਼, ਅੰਮ੍ਰਿਤਸਰ। ਹੁਣ ਤੱਕ ਨਸ਼ੇ ਕਰਕੇ ਪੰਜਾਬ ਦੀ ਜਵਾਨੀ ਨੂੰ ਖਤਰੇ 'ਚ ਮੰਨਿਆ ਜਾ ਰਿਹਾ ਸੀ, ਪਰ ਸਰਹੱਦੀ ਇਲਾਕੇ ਪੱਟੀ ਤੋਂ ਸਾਹਮਣੇ ਆਈਆਂ ਕੋਈ ਤਸਵੀਰਾਂ ਨੇ ਸਾਬਤ ਕਰ ਦਿੱਤਾ ਹੈ ਕਿ ਖਤਰੇ 'ਚ ਹੁਣ ਪੰਜਾਬ ਦਾ ਬਚਪਨ ਵੀ ਹੈ। ਇਹ ਰਿਪੋਰਟ ਦੇਖੋ। ਪਹਿਲਾਂ ਇਹ ਤਸਵੀਰਾਂ ਵੇਖ ਲਓ। ਤੇ ਹੁਣ ਜ਼ਰਾ ਇਹ ਵੀ ਸੁਣ ਲਓ। ਨਸ਼ਾ ਸਰਜੀ ਅਲਫਾਹਾ ਨਹੀਂ ਹੁੰਦਾ ਸੀ, ਬੌਨ ਮਿਕਸ ਉਹ ਸੰਗੀ ਦੀ ਟੂਬਾਂ ਅਲਫਾਵਾ ਸੁੰਘਦੇ ਰਹੇ, ਪੀਂਦੇ ਰਹੇ, ਬੰਦਿਆਂ ਨੂੰ ਪੀਂਦਿਆਂ। ਵਾਅਦਿਆਂ ਤੇ ਦਾਅਵਿਆਂ ਵਿਚਕਾਰ ਸੱਚ ਸਭ ਦੇ ਸਾਹਮਣੇ ਹੈ। ਪੰਜਾਬ ਦੀ ਜਵਾਨੀ ਹੀ ਨਹੀਂ ਸਗੋਂ ਬਚਪਨ ਵੀ ਨਸ਼ੇ ਦੀ ਦਲਦਲ ਵਿੱਚ ਗੋਤੇ ਖਾ ਰਿਹਾ। ਪੱਟੀ ਦੀਆਂ ਇਹ ਤਸਵੀਰਾਂ ਤੁਹਾਡੀ ਨਜ਼ਰੀ ਇੱਕ ਵਾਰ ਫੇਰ ਪਾ ਦਿੰਦੇ ਆ। ਨਸ਼ੇ ਖਿਲਾਫ PTC ਨਿਊਜ਼ ਵੱਲੋਂ ਵਿੱਢੀ ਮੁਹਿੰਮ ਵਿੱਚ ਉਹ ਪੰਜਾਬ ਦੇ ਮੱਥੇ ਲੱਗੇ ਕਲੰਕ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ, ਜੋ ਸਰਕਾਰ, ਪ੍ਰਸ਼ਾਸਨ
ਤੇ तमाम ਨਸ਼ਾ ਛੁਡਾਊ ਕੇਂਦਰਾਂ ਦੇ ਦਾਅਵਿਆਂ ਨੂੰ ਖੋਖਲਾ ਕਰਦੀਆਂ ਨੇ। ਪੱਟੀ ਵਿੱਚ ਹੁਣ ਜਵਾਨੀ ਤੋਂ ਬਾਅਦ ਬਚਪਨ ਨਸ਼ੇ ਦੀ ਗਿਰਫਤ ਵਿੱਚ ਹੈ ਤੇ ਨਸ਼ੇ ਦੀ ਪੂਰਤੀ ਲਈ ਟਿਊਬ ਪੈਂਚਰਾਂ ਲਈ ਵਰਤੀ ਜਾਂਦੀ ਬੋਨਫਿਕਸ ਨੂੰ ਲਿਫਾਫੇ ਵਿੱਚ ਪਾ ਕੇ ਸੁੰਘਿਆ ਜਾਂਦਾ ਹੈ ਤੇ ਇਸ ਤਰ੍ਹਾਂ ਨਸ਼ੇ ਦੀ ਲੱਤ ਪੂਰੀ ਹੁੰਦੀ ਹੈ। ਨਸ਼ਾ ਸਰ ਜੀ ਉਹ ਲਿਫਾਫਾ ਨਹੀਂ ਹੁੰਦਾ ਸੀ ਬੋਨਮਿਕਸ, ਉਹ ਸੁੰਗੀ ਦੀ ਸੀ। ਤੇ ਹੁਣ ਜਦੋਂ ਦੇ ਭਾਈ ਉਹਨਾਂ ਨੇ ਆਪਾਂ ਨੂੰ ਆਖਿਆ ਵੀ ਇਹ ਕੰਮ ਛੱਡੋ, ਤੇ ਉਦੋਂ ਦਾ ਅਸੀਂ ਇਹ ਟਿਊਬ ਵਾਲਾ ਲਿਫਾਫਾ ਕੰਮ ਛੱਡ ਕੇ ਤੇ ਅਸੀਂ ਇੱਥੇ ਆ ਗਏ, ਲੰਮੇ ਆ ਗਏ ਭੈਰੀ ਦਾ ਦਫ਼ਤਰ। ਨਸ਼ਾ ਸਰ ਹੋ ਗਏ ਹੋਣੇ 10-12 ਸਾਲ ਹੋ ਗਏ ਹੋਣੇ ਆ। ਉਮਰ ਹੈਗੀ ਉਦੋਂ 8 ਇੰਨਾ ਨਹੀਂ ਤਾਂ ਜਦੋਂ ਮੈਂ ਸਕੂਲੋਂ ਉੜਿਆ ਨਾ, ਚੌਥੀ 'ਚ ਉੜਿਆ ਮੈਂ ਸਕੂਲੋਂ, ਤੇ ਉਹਦਾ ਬਾਅਦ ਮੈਂ ਨਸ਼ੇ ਲੱਗ ਪਿਆ। ਇਹ ਵੀ ਮਤਲਬ ਜਿੰਨਾ ਚਿਰ ਆਪਣੇ ਹੱਥ 'ਚ ਲਿਫਾਫਾ ਹੋਊਗਾ ਨਾ ਉਹਨਾਂ ਚਿਰ ਨਸ਼ਾ ਰਹਿਣਾ, ਔਰ ਵੱਧ ਨਹੀਂ। ਭਾਈ ਅਸੀਂ ਟੂਪਾਂ ਦਾ ਵੀ ਪੀਂਦੇ ਰਹੇ ਆ, ਟੂਪਾਂ ਅਲਫਾਵਾ ਸੁੰਘਦੇ ਰਹੇ, ਪੀਂਦੇ ਰਹੇ, ਬੰਦਿਆਂ ਨੂੰ ਪੀਂਦਿਆਂ ਇਹਨਾਂ ਨੂੰ ਪੁੱਛੀਦਾ ਸੀ ਵੀ ਕਿੱਥੋਂ ਵੀ ਇਹਦੇ ਨਾਲ ਕੀ ਹੁੰਦਾ ਹੈ। ਇਹਨਾਂ ਨੇ ਦੱਸਿਆ ਵੀ ਪੀ ਕੇ ਵੇਖ ਤੇ ਤੁਹਾਨੂੰ ਫਿਰ ਪਤਾ ਲੱਗ ਜੂ। ਮੈਨੂੰ ਸਰ ਕੋਈ ਹੋਵੇ ਸਾਲ ਕੁ ਹੋ ਗਿਆ ਸਰ, ਸਾਲ ਕੁ ਹੋ ਗਿਆ, ਦੋ ਕੁ ਸਾਲ ਹੋ ਗਏ ਤੇ ਉਹ ਤੋਂ ਬਾਅਦ ਮੈਂ ਛੱਡਤਾ। ਹੁਣ ਇੱਦਾਂ ਹੀ ਵਾਰਾ ਜਦੋਂ ਵੀ ਬਾਹਰ ਆਉਣਾ ਮੁੰਡਿਆਂ ਨਾਲ ਵੀ ਕੋਈ ਯਾਰ ਦੋਸਤ ਹੋਰ ਕਰਦਾ ਆ, ਉਹਨਾਂ ਨਾਲ ਵੇਖ ਕੇ ਜਦੋਂ ਨਾਲ ਕੋਈ ਹੁੰਦਾ ਉਦੋਂ। ਉਹਦਾ ਨਸ਼ਾ ਛੁਡਾਊ ਕੁਝ ਸੰਸਥਾ ਦੇ ਆਗੂ ਬੱਚਿਆਂ ਵਿੱਚ ਫੈਲੇ ਨਸ਼ੇ ਦੇ ਰੁਝਾਨ ਤੋਂ ਚਿੰਤਿਤ ਵਿਖਾਈ ਦਿੱਤੇ ਤੇ ਆਪਣੇ ਤੌਰ ਤੇ ਕੋਸ਼ਿਸ਼ ਸ਼ੁਰੂ ਕੀਤੀ ਤਾਂ ਜੋ ਬੱਚਿਆਂ ਨੂੰ ਨਸ਼ੇ ਦੀ ਇਸ ਦਲਦਲ ਤੋਂ ਕੱਢਿਆ ਜਾ ਸਕੇ। ਕੁਝ ਬੱਚੇ ਮਿਲੇ ਜਿਨ੍ਹਾਂ ਨੇ ਕਿ ਉਹ ਕੁਝ ਪੈਂਚਰ ਲਾਉਣ ਵਾਲੀ ਟਿਊਬ ਹੁੰਦੀ ਹੈ, ਉਹਨੂੰ ਲਿਫਾਫੇ 'ਚ ਪਾ ਕੇ ਪੋਲੀਥੀਨ ਦੇ ਵਿੱਚ ਪਾ ਕੇ ਉਹਨੂੰ ਸੁੰਘਦੇ ਨੇ, ਜਿਹਨੂੰ ਕਿ ਹਫਿੰਗ ਵਗੈਰਾ ਵੀ ਕਹਿ ਦਿੰਦੇ ਨੇ। ਇਸ ਤੋਂ ਬਾਅਦ ਕੁਝ ਨਸ਼ੇ ਵਾਲੀਆਂ ਗੋਲੀਆਂ ਜਿੱਦਾਂ ਟਰਮਾਟੋਲ, ਪਾਰਵਨਸਪਾਸ ਵਗੈਰਾ ਜੋ ਮੈਡੀਕਲ ਨਸ਼ਾ ਜੋ ਗੋਲੀਆਂ ਨੇ, ਉਹ ਵੀ ਸਾਨੂੰ ਸੁਣਨ ਚਾਹੀਆਂ ਸੀ। ਜੋ ਇਹਨਾਂ ਨਾਲ ਗੱਲਬਾਤ ਕੀਤੀ ਤੇ ਨਿਕਲ ਕੇ ਆਇਆ ਸੀਗਾ ਕਿ ਉੱਦਾਂ ਦੇ ਵੀ ਕੋਈ ਨਸ਼ੇ ਕਰਦੇ ਨੇ। ਸਾਡੀ ਕਾਫੀ ਬੱਚਿਆਂ ਨਾਲ ਗੱਲ ਹੋਈ ਕਿ ਤੁਸੀਂ ਕਿਸ ਤਰ੍ਹਾਂ ਇਹ ਨਸ਼ੇ ਦੀ ਦਲਦਲ ਦੇ ਵਿੱਚ ਚਲੇ ਜਾਂਦੇ ਜੇ, ਇਦਾਂ ਦੇ ਨਸ਼ੇ ਵਿੱਚ ਕਿਸ ਤਰ੍ਹਾਂ ਗ੍ਰਸਤ ਹੋ ਜਾਂਦੇ ਜੇ। ਔਰ ਜੋ ਉਹਨਾਂ ਨੇ ਸਾਨੂੰ ਦੱਸਿਆ ਕਿ ਦੇਖੋ ਜਦੋਂ ਇੱਕ ਬੱਚਾ ਦੂਜੇ ਬੱਚੇ ਦੇ ਵਿੱਚ ਸੰਪਰਕ ਦੇ ਵਿੱਚ ਆਂਦਾ ਵਾ, ਉਹ ਉਹਨੂੰ ਆਪਣੇ ਇਸ ਦਲਦਲ ਛੇਤੀ ਇੰਟਰੈਕਟ ਕਰ ਲੈਂਦਾ। ਉਹਦੀ ਕਾਉਂਸਲਿੰਗ ਇਹਦੀ ਪਰਫੈਕਟ ਹੁੰਦੀ ਹੈ ਕਿ ਉਹਨੂੰ ਕਹਿੰਦਾ ਯਾਰ ਆ ਤੂੰ ਬੈਠ ਤਾਂ ਸਹੀ ਮੇਰੇ ਕੋਲ, ਆਹ ਦੇਖ ਕਿੱਡੀ ਵਧੀਆ ਚੀਜ਼ ਹੈ। ਉਹਦੀ ਕਾਉਂਸਲਿੰਗ ਦੇ ਵਿੱਚ ਹੀ, ਉਹਦੀ ਗੱਲਬਾਤ ਦੇ ਵਿੱਚ ਹੀ ਨਸ਼ੇ ਦੇ ਵਿੱਚ ਆ ਜਾਂਦੇ। ਇੱਕ NGO ਆ ਜਿਹੜੀ ਸਾਡੇ ਨਾਲ ਕੰਮ ਕਰਦੀ ਆ, ਉਹਨਾਂ ਨੇ ਸਾਡੇ ਨੋਟਿਸ 'ਚ ਲਿਆਂਦਾ ਸੀ ਕਿ ਕੁਝ ਬੱਚੇ ਨੇ ਜਿਹੜੇ ਫਲੂਇਡ ਸਬਸਟੈਂਸ ਅਬਿਊਜ਼ ਜਿਹਨੂੰ ਅਸੀਂ ਕਹਿ ਦਿੰਦੇ ਆ, ਜਿਹੜੀ ਆਮ ਆਪਾਂ ਪੰਕਚਰ ਲਗਾਉਣ ਵਾਲੀ ਟਿਊਬ ਹੁੰਦੀ ਆ, ਉਸ ਨੂੰ ਹਫਿੰਗ ਕਹਿ ਦਿੰਦੇ ਆ ਅਸੀਂ। ਉਸ ਨੂੰ ਲਿਫਾਫੇ 'ਚ ਪਾ ਕੇ ਸੁੰਘਦੇ ਨੇ ਜਾਂ ਹੋਰ ਤਰੀਕਿਆਂ ਨਾਲ ਸੁੰਘਦੇ ਨੇ। ਉਸ ਚੀਜ਼ ਦਾ ਨਸ਼ਾ ਕਰ ਰਹੇ ਸੀ ਉਹ ਬੱਚੇ। ਤੇ ਉਹ ਬੱਚਿਆਂ ਨੂੰ ਫਿਰ ਅਸੀਂ ਉਹਨਾਂ ਲਈ ਇੱਕ ਕੰਪਰੀਹੈਂਸਿਵ ਪਲਾਨ ਬਣਾਇਆ ਤੇ ਉਹ ਬੱਚਿਆਂ ਦੀ ਅਸੀਂ ਰੀਹੈਬਿਲਿਟੇਸ਼ਨ ਜਾਂ ਜੋ ਵੀ ਉਹਨਾਂ ਦਾ ਪ੍ਰੋਪਰ ਇਲਾਜ ਆ ਉਹ ਕਰ ਰਹੇ ਆ ਅਸੀਂ ਆਪਣੇ ਵੱਲੋਂ ਹੀ। ਪਿਛਲੇ ਦਿਨੀ ਨਸ਼ਾ ਖਿਲਾਫ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਨੇ ਕਈ ਵੱਡੇ ਦਾਅਵੇ ਕੀਤੇ ਸੀ, ਪਰ ਸੱਚਾਈ ਜਗ ਜ਼ਾਹਿਰ ਹੈ। ਨਸ਼ੇ ਦੇ ਦਰਿਆ ਵਿੱਚ ਹੁਣ ਬਚਪਨ ਵੀ ਰੁਲ ਰਿਹਾ, ਪਰ ਜੇਕਰ ਸੂਬਾ ਸਰਕਾਰ ਨੇ ਛੇਤੀ ਹੀ ਸੰਜੀਦਗੀ ਨਾ ਵਿਖਾਈ ਤਾਂ ਪੰਜਾਬ ਦੀ ਪੂਰੀ ਜਵਾਨੀ ਹੀ ਤਬਾਹ ਹੋ ਜਾਵੇਗੀ। ਨਰਿੰਦਰ ਸਿੰਘ, PTC ਨਿਊਜ਼, ਪੱਟੀ। ਖਬਰ ਖਾਸ ਅਜੇ ਵਕਤ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਉਹ ਤਸਵੀਰਾਂ ਜੋ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੇ ਦਾਅਵਿਆਂ ਤੇ ਚਪੇੜ ਮਾਰਦੀਆਂ ਨੇ। ਪੰਜਾਬ ਸਰਕਾਰ ਕਹਿੰਦੀ ਹੈ ਕਿ ਸੂਬੇ 'ਚ ਨਸ਼ੇ ਦਾ ਲੱਕ ਤੋੜ ਦਿੱਤਾ ਗਿਆ ਹੈ ਤੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਹੋ ਰਹੀ ਹੈ। ਇਸ ਦੇ ਲਈ ਕਈ ਵੱਡੇ ਆંકੜੇ ਵੀ ਪੇਸ਼ ਕੀਤੇ ਜਾਂਦੇ ਨੇ, ਪਰ ਕੀ ਵਾਕਈ ਇਹਨਾਂ ਦਾਅਵਿਆਂ 'ਚ ਕੋਈ ਸੱਚਾਈ ਹੈ? ਇਹ ਸਵਾਲ ਇਸ ਲਈ ਕਿਉਂਕਿ PTC ਨਿਊਜ਼ ਦੇ ਕੈਮਰੇ 'ਚ ਰਿਕਾਰਡ ਹੋਈਆਂ ਤਸਵੀਰਾਂ ਕੁਝ ਹੋਰ ਹੀ ਸੱਚ ਬਿਆਨ ਕਰ ਰਹੀਆਂ ਨੇ। ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਹੈ ਕਿ ਪੰਜਾਬ 'ਚ ਨਸ਼ੇ ਦਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ, ਜਦੋਂ ਸ਼ਰੇਆਮ ਨੌਜਵਾਨ ਨਸ਼ਿਆਂ ਦੇ ਟੀਕੇ ਲਾਉਂਦੇ ਨਜ਼ਰ ਆ ਜਾਂਦੇ ਨੇ। ਸ਼ਰੇਆਮ ਹੀ ਸ਼ਰੇਆਮ ਹੋ ਗਈ ਹੈ, ਸ਼ਰੇਆਮ ਕੀ ਹੁੰਦਾ? ਕੀ ਲਾਉਂਦੇ ਕੀ ਇਹ ਚਿੱਟਾ ਕਿ ਦੂਜਾ? ਚਿੱਟਾ। ਤਸਵੀਰਾਂ ਫਰੀਦਕੋਟ ਸ਼ਹਿਰ ਦੀਆਂ ਨੇ। ਬਾਬਾ ਫਰੀਦ ਦੀ ਧਰਤੀ ਟੀਕਿਆਂ ਨਾਲ ਛਲਣੀ ਹੋ ਰਹੀ ਹੈ। PTC ਨਿਊਜ਼ ਦੇ ਰਿਪੋਰਟਰ ਨੇ ਜਦੋਂ ਇਹਨਾਂ ਨੌਜਵਾਨਾਂ ਤੋਂ ਨਸ਼ੇ ਬਾਰੇ ਪੁੱਛਿਆ ਤਾਂ ਸੁਣੋ ਇਹਨਾਂ ਦਾ ਕੀ ਕਹਿਣਾ ਸੀ। ਚਿੱਟਾ ਵਗੈਰਾ ਕਿੱਥੋਂ ਲੈਂਦੇ ਹੋ ਤੁਸੀਂ? ਚਿੱਟਾ ਚੁੱਟਾ ਦਾ ਆਮ ਹੀ ਮਿਲ ਜਾਂਦਾ ਬਸਤੀਆਂ 'ਚ ਯਾਰ। ਕਿਹੜੇ ਏਰੀਆ 'ਚ ਮਿਲਦਾ? ਵਿਹੜੇ 'ਚੋਂ ਜਿੰਨਾ ਮਰਜ਼ੀ ਦਾ। ਇਹ ਜਿਹੜੀ ਐਲੀ ਟੈਪ ਇਹ ਬਈ ਗਲਾਟੀ ਕੇ ਤੇ ਨੂੰ ਲਾਈਟ ਵਾਲੀ ਦਿੰਦੇ, ਗੰਜਾ ਵੀ ਦੇ ਦਿੰਦਾ ਸਾਡੀ ਬਸਤੀ ਵਾਲਾ, ਠੀਕ ਆ।
ਤੇ ਆਪਾਂ ਨੂੰ ਉਹ ਵੀ ਦੇ ਦਿੰਦਾ ਗਾ ਆਰਕੇ ਵਾਲਾ ਵੀ ਤੇ ਦੂਜਾ ਨੂਲਾ ਕੀ ਰੇਟ ਦਿੰਦੇ ਆ ਇਹ? ਉਹ ਆਪਾਂ ਨੂੰ 300 ਦਾ ਪੱਤਾ ਦਿੰਦੇ ਆ ਬਈ। ਤੇ ਹੈਗਾ ਤੇਰੇ ਕੋਲ ਕੁਝ? ਮੇਰੇ ਕੋਲ ਆਵੇ ਹੁਣੇ ਲੈ ਕੇ ਆਇਆ, ਖੋਈ ਨਾ ਬਾਈ ਮੇਰਾ ਪੱਤਾ ਯਾਰ। ਆ ਵੇਲਾ ਯਾਰ ਮੈਂ ਹੁਣੇ ਲੈ ਕੇ ਆਇਆ 300 ਦਾ। ਆ ਵੇਲਾ ਹੁਣੇ ਲੈ ਕੇ ਆਇਆ 300 ਦਾ। ਚਲੋ ਤੁਸੀਂ ਮੈਨੂੰ ਪਤਾ ਨਹੀਂ ਸੀ ਕੌਣ, ਮੇਰਾ ਮੂੰਹ ਬੰਨਿਆ। ਸ਼ਰਿਆਂ ਵੀ ਸ਼ਰਿਆਂ ਕੀ ਹੁੰਦਾ ਹੈ? ਸ਼ਰਿਆਂ ਕੀ ਹੁੰਦਾ? ਕੀ ਲਾਉਂਦੇ ਕੀ ਇਹ ਚਿੱਟਾ ਕਿ ਦੂਜਾ? ਚਿੱਟਾ ਐ ਮੈਨੂੰ ਵੇਖ ਕੇ ਆਏ ਦੂਰੋਂ ਹੈ ਤੁਸੀਂ। ਹੋਰ ਮੈਂ ਤਾਂ ਕਿਹਾ ਦੇਖਦਾ ਕਿੰਨੇ ਪੈਸੇ ਜਾੜ ਲਏ ਮੈਂ? ਹਾਂ ਕਿੰਨੇ ਪੈਸੇ ਜਾੜ ਲਏ ਹੋਏ? ਕਿੰਨੇ ਜਾੜ ਲਏ ਹੋਣੇ? 2000 ਰੁਪਇਆ ਅੱਜ ਹੁਣ ਹੁਣ ਨਹੀਂ। ਹਾਂ ਆ 2 ਮਿੰਟਾਂ ਚ 2000 ਰੁਪਇਆ ਕਿੱਥੋਂ ਲੈ ਕੇ ਆਇਆ? ਲੋ ਇੱਥੇ ਭੈਣ ਚੋਦੋ ਮਿਲਦਾ ਨਹੀਂ ਕੁਛ ਵਾਧੂ ਯਾਰ ਬਾਈ। ਸੁਣਿਆ ਤੁਸੀਂ, ਕੋਈ ਮੈਡੀਕਲ ਦੀਆਂ ਦੁਕਾਨਾਂ ਤੋਂ ਸਸਤਾ ਨਸ਼ਾ ਖਰੀਦ ਕੇ ਲਿਆਉਂਦਾ ਹੈ ਤਾਂ ਕੋਈ ਚਿੱਟੇ ਦੇ ਬੜੀ ਆਸਾਨੀ ਨਾਲ ਵਿਕਣ ਦਾ ਖੁਲਾਸਾ ਕਰਦਾ ਹੈ। ਕੁਛ ਹੀ ਦੂਰੀ ਤੇ ਸਥਿਤ ਹੈਗਾ ਕਮਿਸ਼ਨਰ ਆਫਿਸ, ਜਿੱਥੇ ਕਿ ਫਰੀਦਕੋਟ ਡਿਵੀਜ਼ਨ ਦੇ ਜਿਹੜੇ ਕਮਿਸ਼ਨਰ ਹੈਗੇ ਨੇ ਉਹ ਬੈਠਦੇ ਨੇ, ਔਰ ਕੁਛ ਹੀ ਦੂਰੀ ਦੇ ਇੱਥੇ ਸਥਿਤ ਹੈਗਾ ਥਾਣਾ ਕੋਤਵਾਲੀ। ਮੈਂ ਅੱਜ ਸਿਰਫ ਜੇਕਰ ਗੱਲ ਕਰੀਏ ਤਾਂ 200 ਮੀਟਰ ਤੇ ਹੀ ਥਾਣਾ ਕੋਤਵਾਲੀ ਸਥਿਤ ਹੈਗਾ। ਔਰ ਆ ਸਾਹਮਣੇ ਜਿਹੜੀਆਂ ਕੋਠੀਆਂ ਹੈਗੀਆਂ ਨੇ ਸਾਰੇ ਆਫੀਸਰਾਂ ਦੀਆਂ ਕੋਠੀਆਂ ਹੈਗੀਆਂ ਨੇ, ਜੱਜਾਂ ਦੀਆਂ ਕੋਠੀਆਂ ਹੈ ਨੇ। ਬਾਵਜੂਦ ਇਸ ਦੇ ਸਿਕਿਉਰਿਟੀ ਇੱਥੇ ਕੋਈ ਸਿਕਿਉਰਿਟੀ ਪਰਪਸ ਨੂੰ ਜੇਕਰ ਵੇਖਿਆ ਜਾਵੇ ਤਾਂ ਸ਼ਰੇਆਮ ਇੱਥੇ ਬੈਠ ਕੇ ਜਿਹੜੇ ਨੌਜਵਾਨ ਹੈਗੇ ਨੇ ਉਹ ਨਸ਼ਾ ਕਰਦੇ ਨੇ। ਇਹਨਾਂ ਤਸਵੀਰਾਂ ਨੂੰ ਵੇਖ ਕੇ ਸਭ ਤੋਂ ਪਹਿਲਾ ਸਵਾਲ ਇਹੀ ਉੱਠਦਾ ਹੈ ਕਿ ਜੇ ਨਸ਼ਾ ਕਰਦੇ ਨੌਜਵਾਨਾਂ ਤੱਕ ਪੀਟੀਸੀ ਨਿਊਜ਼ ਦਾ ਕੈਮਰਾ ਪਹੁੰਚ ਸਕਦਾ ਹੈ ਤਾਂ ਕਿਉਂ ਪੁਲਿਸ ਪ੍ਰਸ਼ਾਸਨ ਜਾਂ ਫਿਰ ਕੈਪਟਨ ਸਰਕਾਰ ਵੱਲੋਂ ਬਣਾਈ ਗਈ ਐਸਟੀਐਫ ਇਹਨਾਂ ਤੱਕ ਪਹੁੰਚ ਨਹੀਂ ਕਰ ਸਕਦੀ? ਇਸ ਸਵਾਲ ਦੇ ਜਵਾਬ 'ਚ ਪੁਲਿਸ ਦਾ ਇਹੀ ਕਹਿਣਾ ਹੈ ਕਿ ਉਹਨਾਂ ਵੱਲੋਂ ਨਸ਼ੇ ਦੇ ਖਿਲਾਫ ਮੁਹਿੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਅਜੇ ਪਰਸੋਂ ਹੀ ਆਰਕੇ ਮੈਡੀਕਲ ਹਾਲ ਦੇ ਉੱਤੇ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਅਤੇ ਸਿਟੀ ਦੀ ਪੁਲਿਸ ਪਾਰਟੀ ਵੱਲੋਂ ਚੈਕਿੰਗ ਕੀਤੀ ਗਈ ਹੈ। ਉੱਥੋਂ ਕੋਈ ਨਸ਼ਾ ਬਰਾਮਦ ਨਹੀਂ ਹੋਇਆ। ਇਸ ਤੋਂ ਇਲਾਵਾ ਹੋਰ ਵੀ ਇਹ ਕੈਮਿਸਟਾਂ ਵੱਲੋਂ ਵੇਚੇ ਜਾ ਰਹੇ ਨਸ਼ਿਆਂ ਦੇ ਸੰਬੰਧ ਵਿੱਚ ਇਹਨਾਂ ਦੇ ਉੱਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਜਿਸ ਦੇ ਕੋਲੋਂ ਵੀ ਕੋਈ ਚੀਜ਼ ਵਗੈਰਾ ਬਰਾਮਦ ਹੋਈ ਉਹਦੇ ਖਿਲਾਫ ਕਾਰਵਾਈ ਕੀਤੀ ਜਾਏ। ਜਦੋਂ ਪੁਲਿਸ ਪ੍ਰਸ਼ਾਸਨ ਦੀਆਂ ਨਜ਼ਰਾਂ ਸ਼ਰੇਆਮ ਨਸ਼ਾ ਕਰਨ ਵਾਲਿਆਂ ਤੇ ਨਸ਼ਾ ਵੇਚਣ ਵਾਲਿਆਂ ਤੱਕ ਨਹੀਂ ਪਹੁੰਚਦੀਆਂ ਤਾਂ ਫਿਰ ਸਾਹਮਣੇ ਆਉਂਦੀਆਂ ਨੇ ਅਜਿਹੀਆਂ ਤਸਵੀਰਾਂ। ਕੋਟਕਪੂਰਾ ਵਿੱਚ ਮਾਪਿਆਂ ਦਾ ਇਕਲੌਤਾ ਪੁੱਤ ਨਸ਼ੇ ਦੀ ਓਵਰਡੋਜ਼ ਕਰਕੇ ਮੌਤ ਦੇ ਮੂੰਹ ਵਿੱਚ ਚਲਾ ਗਿਆ ਤਾਂ ਪਰਿਵਾਰ ਤੇ ਇਲਾਕਾ ਵਾਸੀਆਂ ਨੇ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਾਏ। ਉਧਰ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਪਿੰਡ ਆਸਾ ਸਿੰਘ ਟਿੱਬੀ ਖੁਰਦ ਵਿੱਚ 40 ਸਾਲ ਦੇ ਸ਼ਖਸ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਤੇ ਇੱਥੇ ਵੀ ਮੌਤਾਂ ਦੇ ਲਈ ਪੁਲਿਸ ਪ੍ਰਸ਼ਾਸਨ ਦੀ ਨਾਕਾਮੀ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਗਿਆ। ਸਾਡੇ ਮਹੱਲੇ 150 ਮੁੰਡਾ ਇਹ ਲਾਉਂਦਾ ਚਿੱਟਾ, ਜਿਹੜਾ ਸ਼ਰੇਆਮ ਵੇਚ ਰਿਹਾ ਨਸ਼ਾ। ਸ਼ਰੇਆਮ ਜੀ ਕੋਈ ਮਤਲਬ ਪਤਾ ਹੀ ਨਹੀਂਗਾ ਵੀ ਕੀ ਹਿਸਾਬ ਦਾ। ਜੇ ਕਿਸੇ ਨੂੰ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ, ਕੋਈ ਨਹੀਂ ਆਉਂਦਾ। ਕਾਰਵਾਈ ਸਾਰਾ ਸੁੱਤਾ ਪਿਆ ਜੀ। ਪ੍ਰਸ਼ਾਸਨ ਕਾਰਵਾਈ ਦਾ ਮਤਲਬ ਹੀ ਕੋਈ ਨਹੀਂ ਬਣਦਾਗਾ। ਹਾਲਾਤ ਦਾ ਇੰਨਾ ਮਾੜਾ ਹਾਲ ਆ, ਇਹ ਨਹੀਂ ਵੀ ਸਾਡੇ ਮਹੱਲੇ ਦਾ ਹੀ, ਸਾਰੇ ਪੰਜਾਬ ਦਾ ਹੀ ਬੇੜਾ ਗਰਕ ਗਿਆ। ਨਵੀਂ ਪੀੜ੍ਹੀ ਸਾਰੀ ਖਤਮ ਹੋ ਗਈ। ਰਾਤ ਅਚਾਨਕ ਹੀ ਆਇਆ ਤੇ ਸੁਬਾਹ ਦੇਖਿਆ ਤੇ ਹੋ ਗਈ, ਪਤਾ ਨਹੀਂ ਟੀਕਾ ਟੁਕਾ ਲਾਇਆ। ਸਰਕਾਰ ਬਕਾਈ ਜਾਂਦੀ ਹੈ ਸਾਰੇ ਜਵਾਨੀ ਆਮ ਹੀ ਘਰਾਂ ਦੇ ਵਿੱਚ ਚੱਲੀ ਜਾਂਦਾ ਜੀ, ਮਰੀ ਜਾਂਦੇ। ਇਸ ਤਰ੍ਹਾਂ ਘਰਾਂ ਦੇ ਘਰ ਤਬਾਹ ਹੋ ਗਏ ਨੇ। ਸਰਕਾਰਾਂ ਕੁਝ ਨਹੀਂ ਕਰਦੀਆਂ, ਠੀਕ ਹੈ। ਆਮ ਮਿਲੀ ਜਾਂਦਾ, ਇੱਥੋਂ ਡਿਲੀਵਰੀ ਵੀ ਘਰੇ ਕਰ ਦਿੰਦੇ ਅਗਲੇ, ਜਿਹਨੂੰ ਕਹਿੰਦੇ ਆ ਚੀਜ਼ ਉਹ ਪਹੁੰਚਦੀ ਵੀ ਕਰ ਦਿੰਦੇ ਆ। ਨਿੱਕੇ ਨਿੱਕੇ ਬੱਚੇ ਆ ਉਹਦੇ, ਜਿਹੜਾ ਗਿਆ ਸਾਡਾ ਬ੍ਰਦਰ ਹੀ ਸੀਗਾ, ਤੇ ਨਿੱਕੇ ਨਿੱਕੇ ਬੱਚੇ ਆ ਉਹਦੇ, ਬਟ ਐਕਸ਼ਨ ਕੌਣ ਲਵੇ? ਠੀਕ ਹੈ, ਪੁਲਿਸ ਵਾਲਿਆਂ ਨੂੰ ਕੋਈ ਵੀ ਪੁਲਿਸ ਵਾਲਿਆਂ ਕੋਲੇ ਵੀ ਜਾਂਦਾ, ਬਟ ਪੁਲਿਸ ਵਾਲੇ ਕਰਦੇ ਨਹੀਂ ਕੁਛ ਕਰਨ ਨੂੰ। ਪੁਲਿਸ ਚਾਹਵੇ ਤਾਂ ਅੱਧੇ ਘੰਟੇ ਦਾ ਉਹਨਾਂ ਦਾ ਕੰਮ ਨਹੀਂਗਾ, ਠੀਕ ਹੈ ਜੀ। ਬਟ ਜਵਾਨੀ ਆ ਇੱਕ ਨਹੀਂ, ਇਹ ਤਾਂ ਚਲੋ ਮੇਰਾ ਬ੍ਰਦਰ ਆ, ਬਟ ਆ 2 ਮਹੀਨਿਆਂ 3 ਦੇ ਵਿੱਚ 3-4 ਕੇਸ ਮੈਂ ਇਹੋ ਜਿਹੇ ਨਸ਼ੇ ਦੀ ਓਵਰਡੋਜ਼ ਤੋਂ ਜਿਨ੍ਹਾਂ ਦੀ ਡੈਥ ਹੋ ਗਈ, ਜਵਾਨੀ ਦਾ ਘਾਣ ਹੁੰਦਾ ਪਿਆ। ਪਿੰਡ ਹੋਣ ਜਾਂ ਸ਼ਹਿਰ, ਹਰ ਥਾਂ ਤੇ ਨਸ਼ੇ ਨੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਆਸਾਨੀ ਨਾਲ ਨਸ਼ਾ ਵਿਕਦਾ ਹੈ। ਅਜਿਹਾ ਨਸ਼ਾ ਕਰਨ ਵਾਲੇ ਕੈਮਰੇ ਤੇ ਬੋਲਦੇ ਨੇ, ਫਿਰ ਕਿਉਂ ਪੁਲਿਸ ਦੇ ਹੱਥ ਜ਼ਹਿਰ ਤੇ ਮੌਤ ਦਾ ਵਪਾਰ ਕਰਨ ਵਾਲਿਆਂ ਤੱਕ ਨਹੀਂ ਪਹੁੰਚ ਪਾਉਂਦੇ? ਕਿਉਂ ਨਸ਼ੇ ਨਾਲ ਹੋ ਰਹੀਆਂ ਮੌਤਾਂ ਤੇ ਲਗਾਮ ਨਹੀਂ ਲੱਗਦੀ? ਇਹ ਸਵਾਲ ਬਰਕਰਾਰ ਨੇ। ਫਰੀਦਕੋਟ ਤੋਂ ਅਮਨਦੀਪ ਲੱਕੀ ਦੇ ਨਾਲ ਸਰਬਜੀਤ ਸਿੰਘ, ਪੀਟੀਸੀ ਨਿਊਜ਼, ਫਿਰੋਜ਼ਪੁਰ।
ਖਬਰ ਖਾਸ ਅੱਜ ਲਈ ਇੰਨਾ ਹੀ। ਤੁਸੀਂ ਵੇਖਦੇ ਰਹੋ PTC ਨਿਊਜ਼।